हाँ जी, ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ। ਗੱਲ ਕਰਾਂਗੇ 20 ਜੁਲਾਈ 2022 ਦੀ। ਤੁਹਾਨੂੰ ਪਤਾ ਹੈ ਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਤੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਪਹਿਲਾਂ ਆਉਂਦਾ ਸੀ ਕਿ ਜ਼ਿਆਦਾ ਗਰਮੀ ਦੀ ਵਜ੍ਹਾ ਦੇ ਨਾਲ ਜਿਹੜਾ ਕਰੋਨਾ ਵਾਇਰਸ ਹੈ ਜੀ, ਹੋ ਸਕਦਾ ਇਹ ਅਸਰ ਨਾ ਕਰੇ। ਹੁਣ ਜਿੱਦਾਂ ਕਿ ਇਟਲੀ ਦੇ ਵਿੱਚ ਵੀ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਕੇਸ ਹਨ 1,20,683 ਨਵਾਂ ਕੇਸ, 176 ਲੋਕਾਂ ਦੀ ਡੈਥ। ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹੜੇ ਕੇਸ ਇੰਨੇ ਜ਼ਿਆਦਾ ਵੱਧ ਰਹੇ ਹਨ। ਦੱਸਿਆ ਜਾ ਰਿਹਾ ਕਿ ਜੇ ਹੁਣ ਕੇਸ ਇੰਨੇ ਹਨ ਤਾਂ ਸਰਦੀਆਂ ਦੇ ਵਿੱਚ ਕੀ ਹੋ ਸਕਦਾ ਹੈ। 700 ਦੀ ਪੋਸਟ ਤਾਂ 23.2 ਦੇ ਉੱਤੇ ਆ ਚੁੱਕੀ ਹੈ ਤੇ 5,19,284 ਲੋਕਾਂ ਦੇ ਤੰਪੋਨੀ ਕੀਤੇ ਗਏ ਹਨ। ਚਲਦੇ ਹਾਂ ਆਪਣੇ ਨੈਕਸਟ ਅਪਡੇਟ ਦੇ ਉੱਤੇ। ਨੈਕਸਟ ਅਪਡੇਟ ਆਪਣਾ ਇਸ ਤਰ੍ਹਾਂ ਹੈ ਕਿ ਜਿਹੜਾ ਯੂਰਪੀਅਨ ਯੂਨੀਅਨ ਇਹ 1 ਅਗਸਤ ਤੋਂ ਲੈ ਕੇ 31 ਮਾਰਚ 2023 ਤੱਕ, ਮਤਲਬ 1 ਅਗਸਤ ਜਿਹੜੀ ਕਿ 2022 ਦੀ 1 ਅਗਸਤ 2022 ਤੋਂ ਲੈ ਕੇ 31 ਮਾਰਚ 2023 ਤੱਕ ਜਿਹੜੀ ਇੱਕ ਐਮਰਜੈਂਸੀ ਲਿਆ ਸਕਦਾ ਹੈ। ਹੁਣ ਜਿਹੜੀ ਇਹ ਐਮਰਜੈਂਸੀ ਜਿਹੜਾ ਇਸਨੇ ਜਿਹੜਾ ਬਿੱਲ ਪੇਸ਼ ਕਰਨ ਦਾ ਜਿਹੜਾ ਇੱਕ ਬਣਾਇਆ ਹੈ ਮਨ, ਇਹਦੇ ਵਿੱਚ ਇਸ ਚੀਜ਼ ਦੀ ਜਿਹੜੀ ਓਬਲੀਗੇਸ਼ਨ ਹੋਏਗੀ, ਮਤਲਬ ਇੱਕ ਜ਼ਰੂਰੀ ਹੋ ਜਾਏਗਾ ਕਿ ਜਿਹੜੀ ਗੈਸ ਹੈ ਜੀ 15% ਜਿਹੜੀ ਘੱਟ ਤੁਹਾਨੂੰ ਕੰਜ਼ਿਊਮ ਕਰਨੀ ਪਵੇਗੀ। ਮਤਲਬ ਜੇ ਤੁਸੀਂ ਪਹਿਲਾਂ 100 ਯੂਨਿਟ ਇੱਕ ਮਹੀਨੇ ਦੇ ਵਿੱਚ ਕੰਜ਼ਿਊਮ ਕਰਦੇ ਸੀ ਤਾਂ ਹੁਣ ਜਿਹੜੇ ਤੁਸੀਂ 85 ਯੂਨਿਟ ਕਰ ਸਕਦੇ ਹੋ ਕੰਜ਼ਿਊਮ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਫਿਲਹਾਲ ਸੇਵਿੰਗ ਇਸ ਕਰਕੇ ਕੀਤੀ ਜਾਣੀ ਹੈ ਤਾਂ ਕਿ ਜਿਹੜਾ ਸਰਦੀ ਦਾ ਮੌਸਮ ਹੈ ਜੀ ਯੂਰਪ ਦੇ ਵਿੱਚ ਉਹ ਵਧੀਆ ਲੰਘ ਸਕੇ। ਕਿਉਂਕਿ ਯੂਰਪ ਕੰਟਰੀਆਂ ਦੇ ਵਿੱਚ ਜਿਹੜਾ ਰੱਬ ਨੇ ਇੱਥੋਂ ਦਾ ਮੌਸਮ ਦਿੱਤਾ ਹੋਇਆ ਇਸ ਤਰ੍ਹਾਂ ਦਾ ਹੈ ਕਿ ਇੱਥੇ ਤੁਸੀਂ ਬਿਨਾਂ ਕਿਸੇ ਬਾਹਰੀ ਹੈਲਪ ਤੋਂ ਆਪਣੇ ਤੌਰ 'ਤੇ ਜੀਣਾ ਜਿਹੜਾ ਮੁਸ਼ਕਿਲ ਹੈ। ਕਿਉਂਕਿ ਰਾਤ ਨੂੰ ਠੰਡ ਇੰਨੀ ਹੋ ਜਾਂਦੀ ਹੈ ਕਿ ਬੰਦਾ ਜਿਹੜਾ ਹੈ ਜੀ ਉਸਦੀ ਜਾਨ ਜਾਣ ਦਾ ਖਤਰਾ ਹੁੰਦਾ ਹੈ। ਇਹ ਆਪਣੇ ਪੰਜਾਬ ਵਰਗਾ ਜਿਹੜਾ ਮੌਸਮ ਇੱਥੇ ਨਹੀਂ ਹੈ ਕਿ ਤੁਸੀਂ ਬਿਨਾਂ ਕਿਸੇ ਸਹਾਇਤਾ ਤੋਂ ਜਿਹੜਾ ਸਰਦੀਆਂ ਵਿੱਚ ਵੀ ਜੀਂਦੇ ਰਹਿ ਸਕਦੇ ਹੋ ਅਤੇ ਗਰਮੀਆਂ ਦੇ ਵਿੱਚ ਵੀ ਜੀਂਦੇ ਰਹਿ ਸਕਦੇ ਹੋ। ਬਹੁਤ ਜਲਦੀ ਜਿਹੜਾ ਤੁਹਾਨੂੰ ਯੂਰਪੀਅਨ ਐਮਰਜੈਂਸੀ ਪਲਾਨ ਹੈ ਜੀ ਦੇਖਣ ਨੂੰ ਮਿਲ ਸਕਦਾ ਹੈ। ਬਾਕੀ ਇਸ ਤੋਂ ਇਲਾਵਾ ਪੂਰੀ ਇਟਲੀ ਦੇ ਵਿੱਚ ਅਤੇ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਸਪੇਨ, ਪੁਰਤਗਾਲ, ਫਰਾਂਸ, ਇੰਗਲੈਂਡ ਅਤੇ ਇਟਲੀ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਗਰਮੀ ਹੈ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਚੁੱਕੀ ਹੈ। ਕਾਫੀ ਲੰਬੇ ਸਮੇਂ ਤੋਂ ਜਿਹੜੇ ਕੁਝ ਲੋਕ ਜਿਹੜੇ ਵਿਦਵਾਨ ਵਗੈਰਾ ਸਨ ਉਹ ਕਾਫੀ ਸਰਕਾਰਾਂ ਨੂੰ ਚੇਤਾ ਰਹੇ ਸਨ ਕਿ ਜਿਹੜਾ ਇਸ ਟਾਈਮ ਜਿਹੜਾ ਕਲਾਈਮੇਟ ਚੇਂਜ ਦੇ ਉੱਤੇ ਕੁਝ ਨਾ ਕੁਝ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਖਤਰਾ ਹੈ ਜੀ ਸਾਰਿਆਂ ਨੂੰ ਦਿਖਾਈ ਦੇ ਰਿਹਾ ਹੈ ਉਸ ਤੋਂ ਬਚਿਆ ਜਾ ਸਕੇ। ਪਰੰਤੂ ਜਿਹੜੇ ਦੇਸ਼ਾਂ ਨੇ ਇਸ ਦੇ ਉੱਤੇ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਕਾਰਬਨ ਨਿਕਾਸੀ ਵੀ ਜਿਹੜੀ ਉਸੇ ਤਰ੍ਹਾਂ ਰੱਖੀ। ਹੌਲੀ ਹੌਲੀ ਗ੍ਰੀਨ ਹਾਊਸ ਗੈਸਾਂ, ਹੋਰ ਕਾਰਬਨ ਅਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਵਜ੍ਹਾ ਦੇ ਨਾਲ ਕੀ ਹੋਇਆ ਕਿ ਜਿਵੇਂ ਜਿਵੇਂ ਬੰਦੇ ਨੂੰ ਗਰਮੀ ਲੱਗੀ ਤਾਂ ਬੰਦੇ ਨੇ ਏਸੀ ਵਗੈਰਾ ਖਰੀਦ ਲਏ। ਹੁਣ ਜੋ ਤੁਸੀਂ ਇੱਕ ਏਸੀ ਖਰੀਦਦੇ ਹੋ ਅਤੇ ਇਹਦੇ ਨਾਲ ਕੀ ਹੁੰਦਾ ਕਿ ਵਾਤਾਵਰਨ ਦੇ ਵਿੱਚ ਹੋਰ ਹੀਟ ਜਾਂਦੀ ਹੈ। ਤੁਹਾਨੂੰ ਬੇਸ਼ੱਕ ਜਿਹੜੀ ਥੋੜ੍ਹੇ ਸਮੇਂ ਦੇ ਵਾਸਤੇ ਠੰਡਕ ਮਿਲਦੀ ਹੈ ਪਰੰਤੂ ਵਾਤਾਵਰਨ ਦੇ ਵਾਸਤੇ ਜਿਹੜਾ ਏਸੀ ਹੁੰਦਾ ਜੀ ਚੰਗਾ ਨਹੀਂ ਹੁੰਦਾ। ਜਿਹੜੀ ਉਹ ਬਿਜਲੀ ਫੂਕਦਾ ਹੈ ਜੀ ਉਹਦੇ ਵਿੱਚ ਵੀ ਐਨਰਜੀ ਪੈਦਾ ਕਰਨ ਵਾਸਤੇ ਜਿਹੜਾ ਕੁਝ ਨਾ ਕੁਝ ਵਰਤਿਆ ਜਾਂਦਾ, ਜਿਵੇਂ ਕਿ ਬਿਜਲੀ ਪੈਦਾ ਕਰਨ ਵਾਸਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਜਾਂ ਕੋਲੇ ਦੀ। ਤੋ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜਾ ਕਿਸੇ ਨਾ ਕਿਸੇ ਪਾਸੇ ਜਿਹੜਾ ਵਾਤਾਵਰਨ ਦੇ ਉੱਤੇ ਹੀ ਅਸਰ ਪੈਂਦਾ ਹੈ। ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਹੌਲੀ ਹੌਲੀ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਹੁਣ ਇਟਲੀ ਦੇ ਵਿੱਚ ਜਿਹੜੀਆਂ ਅੱਗਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਰੋਮ ਫਲੋਰੈਂਸ ਜਿਹੜਾ ਇਲਾਕਾ ਪੈਂਦਾ ਹੈ ਜੀ ਇਹਦੇ ਵਿੱਚ ਵੀ ਜਿਹੜਾ ਟ੍ਰੇਨ ਦੀ ਪਟੜੀ ਦੇ ਨੇੜੇ ਜਿਹੜੀਆਂ ਅੱਗਾਂ ਵਗੈਰਾ ਲੱਗੀਆਂ ਹਨ ਜਿਹਦੇ ਨਾਲ ਜਿਹੜੀਆਂ ਟ੍ਰੇਨਾਂ ਹਨ 2 ਘੰਟੇ ਲੇਟ ਹੋਈਆਂ ਹਨ। ਅਤੇ ਇਟਲੀ ਦਾ ਇੱਕ ਇਲਾਕਾ ਪੈਂਦਾ ਵਰਸੀਲੀਆ, ਇਹਦੇ ਵਿੱਚ ਵੀ 60 ਲੋਕਾਂ ਨੂੰ ਜਿਹੜਾ ਬਚਾਇਆ ਗਿਆ ਹੈ। ਇਸੇ ਤਰ੍ਹਾਂ ਜਿਹੜੇ ਫਿਆਮੇ ਸੁਲ ਕੋਰਸੋ ਜਿਹੜਾ ਕਿ ਇੱਕ ਸੜਕ ਦੇ ਉੱਤੇ ਵੀ ਅੱਗ ਲੱਗੀ ਹੈ ਜਿਹਦੇ ਵਿੱਚ 30 ਕਿਲੋਮੀਟਰ ਦਾ ਜਿਹੜਾ ਮੋਟਰਵੇ ਹੈ ਜੀ ਇਸ ਨੂੰ ਸਟਾਪ ਕਰ ਦਿੱਤਾ ਗਿਆ ਹੈ, ਬੰਦ ਕਰ ਦਿੱਤਾ ਗਿਆ ਹੈ। ਬਾਕੀ ਇਸ ਤੋਂ ਇਲਾਵਾ ਪੁਰਾਣੇ ਸਮੇਂ ਵਿੱਚ ਲੋਕ ਸੋਚਦੇ ਸਨ ਕਿ ਪਹਾੜਾਂ ਦੇ ਉੱਤੇ ਤੁਸੀਂ ਚਲੇ ਜਾਓ ਉੱਥੇ ਜਿਹੜੀ ਠੰਡ ਹੁੰਦੀ ਹੈ ਜੀ। ਹੁਣ ਕੀ ਹੋ ਰਿਹਾ ਕਿ ਇਟਲੀ ਦੇ ਵਿੱਚ ਜਿਹੜਾ ਇੱਕ ਇਲਾਕਾ ਪੈਂਦਾ ਹੈ ਜਿਹੜਾ ਕਿ ਮੋਂਤੇ ਰੋਜ਼ਾ ਪਹਾੜੀ ਇਲਾਕਾ ਪੈਂਦਾ, ਇਹਦੇ ਵਿੱਚ ਹੁਣ ਜਿਹੜਾ ਸਵੇਰ ਦਾ ਟੈਂਪਰੇਚਰ ਨੋਟ ਕੀਤਾ 8:30 ਵਜੇ ਦਾ, ਦੱਸਿਆ ਗਿਆ ਕਿ ਉਸ ਟਾਈਮ ਟੈਂਪਰੇਚਰ 2 ਡਿਗਰੀ ਦੇ ਉੱਤੇ ਸਵੇਰ ਨੂੰ ਪਹੁੰਚ ਚੁੱਕਾ ਸੀ। ਇਹ ਜਿਹੜਾ ਹਾਈਐਸਟ ਮਤਲਬ ਉੱਚੀ ਜਿਹੜੀ ਚੋਟੀ ਹੈ ਜੀ ਇਟਲੀ ਦੀ, ਇਹ ਆਪਾਂ ਉਸ ਦੀ ਗੱਲ ਕਰ ਰਹੇ ਹਾਂ ਜਿਹੜੀ ਸਦਾ ਬਰਫ਼ ਦੇ ਨਾਲ ਢਕੀ ਰਹਿੰਦੀ ਹੈ। ਇਹ ਪਹਾੜੀ 4,554 ਮੀਟਰ ਉੱਚੀ ਹੈ। ਜੇ ਆਪਾਂ ਇਸ ਦੀ ਜਿੱਦਾਂ ਕਿ ਕੰਪੈਰੀਜ਼ਨ ਇਸ ਦਾ ਆਪਾਂ ਮਾਊਂਟ ਐਵਰੈਸਟ ਨਾਲ ਕਰੀਏ ਤਾਂ ਜਿਹੜੀ ਮਾਊਂਟ ਐਵਰੈਸਟ ਹੈ ਜੀ ਤਕਰੀਬਨ ਇਸ ਤੋਂ ਲਗਭਗ ਦੁੱਗਣੀ ਹੈ। ਕਿਉਂਕਿ ਮਾਊਂਟ ਐਵਰੈਸਟ ਜਿਹੜੀ ਹੈ ਜੀ 8,848 ਮੀਟਰ ਉੱਚੀ ਹੈ, ਜਿਹੜੀ ਕਿ ਮੋਂਤੇ ਰੋਜ਼ਾ ਹੈ ਇਹ 4,554 ਮੀਟਰ ਉੱਚੀ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਿਹੜਾ ਮਾਰਮੋਲਾਦਾ ਇਲਾਕਾ ਪੈਂਦਾ ਜਿਹਦੇ ਵਿੱਚ ਇੱਕ ਗਲੇਸ਼ੀਅਰ ਜਿਹੜਾ ਪਿਘਲਿਆ ਸੀ ਜਿਹਦੇ ਵਿੱਚ ਕਾਫੀ ਲੋਕਾਂ ਦੀ ਡੈਥ ਹੋਈ ਸੀ, ਉਸਦਾ ਜਿਹੜਾ ਟੈਂਪਰੇਚਰ ਦੱਸਿਆ ਗਿਆ ਸੀ ਕਿ 9 ਵਜੇ ਜਿਹੜਾ ਉਸਦਾ ਟੈਂਪਰੇਚਰ ਸੀ 9.1 ਡਿਗਰੀ ਦੇ ਉੱਤੇ ਪਹੁੰਚ ਚੁੱਕਾ ਸੀ। ਇਹ ਜਿਹੜਾ ਸਾਰਾ ਕੁਝ ਜਿਹੜਾ ਵਾਤਾਵਰਨ ਗਰਮ ਹੋ ਰਿਹਾ ਹੈ ਇਹਦੀ ਵਜ੍ਹਾ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਦੇਖਣ ਨੂੰ ਮਿਲਣਗੀਆਂ। ਸਮੁੰਦਰ ਦਾ ਲੈਵਲ ਉੱਚਾ ਹੋਣਾ ਸ਼ੁਰੂ ਹੋ ਜਾਏਗਾ। ਬਾਕੀ ਸਰਕਾਰ ਦੇ ਬਾਰੇ ਹੋ ਸਕਦਾ ਕਿ ਅੱਜ ਦੁਪਹਿਰ ਤੱਕ ਜਿਹੜੀ ਕੋਈ ਖਾਸ ਖਬਰ ਸਰਕਾਰ ਦੇ ਉੱਤੇ ਆ ਜਾਵੇ ਕਿ ਜਿਹੜੀ ਸਰਕਾਰ ਹੈ ਜੀ ਕਿਸ ਪਾਸੇ ਨੂੰ ਜਿਹੜੀ ਚੱਲਦੀ ਹੈ ਅਤੇ ਕਿਹੜੀ ਸਰਕਾਰ ਹੁਣ ਅੱਗੇ ਆ ਸਕਦੀ ਹੈ ਜਾਂ ਅਸਤੀਫਾ ਪ੍ਰਧਾਨ ਮੰਤਰੀ ਦਾ ਜਿਹੜਾ ਆ ਸਕਦਾ ਜਾਂ ਨਹੀਂ ਆ ਸਕਦਾ, ਇਹਦੇ ਬਾਰੇ ਜਿਹੜਾ ਫੈਸਲਾ ਅੱਜ ਦੁਪਹਿਰ ਤੱਕ ਆ ਸਕਦਾ ਹੈ। ਬਾਕੀ ਜੇ ਤੁਸੀਂ ਸਮਾਰਟਫੋਨ ਵਗੈਰਾ ਚਲਾਉਂਦੇ ਹੋ ਜਾਂ ਦੂਸਰਾ ਫੋਨ ਵੀ ਹੋਵੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਜਿਹੜੇ ਕਾਲ ਸੈਂਟਰਾਂ ਤੋਂ ਤੁਹਾਨੂੰ ਟੈਲੀਫੋਨ ਵਗੈਰਾ ਆਉਂਦੇ ਹਨ
ਤੁਸੀਂ ਜਦੋਂ ਕੰਮ ਕਰਦੇ ਹੋ ਤਾਂ ਕਈ ਵਾਰ ਅਚਾਨਕ ਫ਼ੋਨ ਦੀ ਘੰਟੀ ਵੱਜਦੀ ਹੈ ਅਤੇ ਬਹੁਤੇ ਲੋਕ ਕੀ ਸੋਚਦੇ ਹਨ ਕਿ ਸ਼ਾਇਦ ਕੋਈ ਰਿਸ਼ਤੇਦਾਰ ਦਾ ਫ਼ੋਨ ਹੋਵੇਗਾ, ਜਾਂ ਜੇ ਕੋਈ ਸਾਡੇ ਵੀਰ ਇੱਥੇ ਇਕੱਲੇ ਰਹਿੰਦੇ ਹਨ ਤਾਂ ਸੋਚਦੇ ਹਨ ਕਿ ਸ਼ਾਇਦ ਜਿਹੜਾ ਇੰਡੀਆ ਤੋਂ ਫ਼ੋਨ ਆਇਆ ਹੋਵੇਗਾ, ਜਾਂ ਕਈ ਵਾਰ ਬੰਦੇ ਨੂੰ ਇਹ ਵੀ ਹੁੰਦਾ ਹੈ ਕਿ ਕੋਈ ਜ਼ਰੂਰੀ ਫ਼ੋਨ ਹੋਵੇਗਾ। ਪਰੰਤੂ ਕਈ ਵਾਰ ਉਹ ਜਿਹੜੇ ਫ਼ੋਨ ਹੁੰਦੇ ਹਨ ਸਪੈਮ ਹੁੰਦੇ ਹਨ, ਜਾਂ ਕੰਪਨੀਆਂ ਦੇ ਫ਼ੋਨ ਹੁੰਦੇ ਹਨ ਜਿਹੜੇ ਕਿ ਤੁਹਾਨੂੰ ਜ਼ਬਰਦਸਤੀ ਤੁਹਾਡੇ ਨਾਲ ਗੱਲਾਂ ਕਰਦੇ ਨੇ ਕੰਟੈਕਟ ਵਗੈਰਾ ਦੀਆਂ, ਜਾਂ ਕੋਈ ਹੋਰ ਇਹੋ ਜਿਹੀਆਂ ਕਿ ਤੁਸੀਂ ਨਵਾਂ ਕੰਟੈਕਟ ਵਗੈਰਾ ਕਰਾ ਲਓ, ਜਾਂ ਤੁਸੀਂ ਕਿੰਨੇ ਪੈਸੇ ਗੈਸ ਦੇ ਰਹੇ ਹੋ, ਬਿਜਲੀ ਦੇ ਰਹੇ ਹੋ। ਨਾ ਚਾਹੁੰਦਿਆਂ ਹੋਇਆਂ ਵੀ ਕਈ ਵਾਰ ਬੰਦੇ ਨੂੰ ਜਿਹੜਾ ਹਾਂਜੀ ਇਹ ਟੈਲੀਫੋਨ ਚੁੱਕਣੇ ਪੈਂਦੇ ਹਨ। ਹੁਣ ਇਹਨਾਂ ਨੂੰ ਜਿਹੜਾ ਹੈ ਜੀ ਬਲੌਕ ਕੀਤਾ ਜਾ ਰਿਹਾ। ਤੁਹਾਨੂੰ ਪੁਰਾਣੀ ਵੀਡੀਓ ਵਿੱਚ ਦੱਸਿਆ ਸੀ, ਉਹਦੀ ਤਰੀਕ ਹੈ ਬਿਲਕੁਲ ਨੇੜੇ ਆ ਚੁੱਕੀ ਹੈ 27 ਜੁਲਾਈ। ਮਤਲਬ ਤੁਸੀਂ ਤਰੀਕ ਯਾਦ ਰੱਖਣੀ ਹੈ ਕਿ 27 ਜੁਲਾਈ ਤੋਂ ਜਿਹੜੇ ਇਹੋ ਜਿਹੀਆਂ ਕਾਲਾਂ ਹਨ ਜੀ ਸਟਾਪ ਹੋ ਜਾਣਗੀਆਂ। ਬਾਕੀ ਜੇ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਪਤਾ ਹੈ ਕਿ ਸਰਕਾਰ ਜਿਹੜੀ ਕਈ ਤਰ੍ਹਾਂ ਦੇ ਬੋਨਸ ਵਗੈਰਾ ਦੇ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਜਿਹੜੇ ਬੋਨਸ ਸਾਨੂੰ ਕਿੰਨੇ ਕੁ ਆਮ ਲੋਕਾਂ ਨੂੰ ਮਿਲਦੇ ਹਨ। ਕਈ ਵਾਰ ਹੁੰਦਾ ਇਸ ਤਰ੍ਹਾਂ ਕਿ ਲੱਗਦਾ ਹੈ ਕਿ ਖਬਰਾਂ ਸੁਣ ਕੇ ਕਿ ਬਹੁਤ ਸਾਰੇ ਜਿਹੜੇ ਬੋਨਸ ਮਿਲਦੇ ਹਨ, ਪਰੰਤੂ ਜਦੋਂ ਬੰਦਾ ਉਹਨਾਂ ਬੋਨਸਾਂ ਦੇ ਵਾਸਤੇ ਅਪਲਾਈ ਕਰਨ ਜਾਂਦਾ ਹੈ ਤਾਂ ਜਿਹੜੀਆਂ ਕੰਡੀਸ਼ਨਸ ਵਗੈਰਾ ਹੁੰਦੀਆਂ ਹਨ ਉਹ ਕਈ ਵਾਰ ਬੰਦੇ ਦੇ ਨਾਲ ਮੈਚ ਨਹੀਂ ਹੁੰਦੀਆਂ, ਅਤੇ ਬਹੁਤ ਥੋੜ੍ਹੇ ਬੰਦੇ ਹੀ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਬੋਨਸ ਵਗੈਰਾ ਜਾਂ ਜਿਹੜੀਆਂ ਸਹੂਲਤਾਂ ਸਰਕਾਰ ਦੇ ਕੋਲੋਂ ਸੱਚਮੁੱਚ ਦੇ ਵਿੱਚ ਮਿਲਦੀਆਂ ਹਨ। ਹੁਣ ਇੱਕ ਹੋਰ ਬੋਨਸ ਜਿਹੜਾ ਕਿ 600 ਯੂਰੋ ਦਾ ਬੋਨਸ ਹੈ ਜੀ, ਇਹ ਤਕਰੀਬਨ ਆ ਚੁੱਕਾ ਹੈ। ਸਾਈਕੋਲੋਜਿਸਟ ਬੋਨਸ ਇਸ ਨੂੰ ਕਹਿੰਦੇ ਹਨ। ਇਸ ਦੇ ਵਾਸਤੇ ਜਿਹੜੀ ਤਰੀਕ ਹੈ ਜੀ 27 ਤਰੀਕ ਇਹਨਾਂ ਨੇ ਰੱਖੀ ਹੈ, 27 ਜੁਲਾਈ। ਬਾਕੀ ਜਿਹੜਾ ਬੋਨਸ ਹੈ ਜੀ ਆਫੀਸ਼ੀਅਲ ਗਜ਼ਟ ਹੈ ਜਿਹੜਾ ਉਸਦੇ ਵਿੱਚ ਇਹ ਪਬਲਿਸ਼ ਹੋ ਚੁੱਕਾ ਹੈ। ਜਿਹੜੇ ਇੱਥੋਂ ਦੇ ਹੈਲਥ ਮਿਨਿਸਟਰ ਜਿਹੜੇ ਕਿ ਰੋਬਰਟੋ ਸਪਰੈਂਸਾ ਸਾਹਿਬ ਹਨ, ਇਹਨਾਂ ਨੇ ਇਸ ਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਦੱਸੀ ਹੈ। ਉਹ ਕਹਿੰਦੇ ਹਨ ਕਿ ਬਹੁਤ ਜਲਦੀ ਜਿਹੜਾ ਹੈ ਜੀ ਇਸ ਨੂੰ ਅਸੀਂ ਲਗਭਗ ਲੋਕਾਂ ਦੇ ਵਾਸਤੇ ਓਪਨ ਕਰ ਦੇਵਾਂਗੇ। ਤਕਰੀਬਨ ਜਿਹੜੀ ਇਹਨਾਂ ਨੇ ਤਰੀਕ ਸੋਚੀ ਹੈ 27 ਜੁਲਾਈ। 27 ਜੁਲਾਈ ਨੂੰ ਕੀ ਹੋਵੇਗਾ? 27 ਜੁਲਾਈ ਨੂੰ ਇਸ ਤਰ੍ਹਾਂ ਨਹੀਂ ਹੋਵੇਗਾ ਕਿ ਜਿਹੜਾ ਬੋਨਸ ਮਿਲਣਾ ਸਟਾਰਟ ਹੋ ਜਾਏਗਾ। 27 ਜੁਲਾਈ ਨੂੰ ਏਮਸ ਅਤੇ ਦੂਸਰੀ ਜਿਹੜੀ ਮਿਨਿਸਟਰੀ ਹੈ ਜੀ ਮੰਤਰਾਲਿਆ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਹੋਵੇਗੀ, ਜਿਹਦੇ ਵਿੱਚ ਇਹ ਚੀਜ਼ ਦੇਖੀ ਜਾਵੇਗੀ ਕਿ ਜਿਹੜਾ ਕਦੋਂ ਤੱਕ ਹੋ ਸਕਦਾ ਪੋਸੀਬਲ ਸਬਮਿਟ ਕਰਨਾ ਐਪਲੀਕੇਸ਼ਨ ਨੂੰ। ਜਿਸ ਦਿਨ ਵੀ ਫਿਰ ਤਰੀਕ ਇਹ ਲੱਭਣਗੇ, ਜਿਹੜੀ ਤਰੀਕ ਇਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਸਲਾਹ ਮਸ਼ਵਰਾ ਕਰਕੇ ਲੱਭਣਗੇ, ਉਸ ਤੋਂ 60 ਦਿਨਾਂ ਦੇ ਅੰਦਰ ਅੰਦਰ ਜਿਹੜਾ ਇਹ ਟਾਈਮ ਲੋਕਾਂ ਨੂੰ ਅਵੇਲੇਬਲ ਕਰਾਇਆ ਜਾਏਗਾ, ਜਿਹਦੇ ਵਿੱਚ ਲੋਕ ਜਿਹੜੇ ਇਸ ਬੋਨਸ ਦੇ ਵਾਸਤੇ ਅਪਲਾਈ ਕਰ ਸਕਦੇ ਹਨ। ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ ਦੇ ਉੱਤੇ। ਨੈਕਸਟ ਖਬਰ ਆਪਣੀ ਇਸ ਤਰ੍ਹਾਂ ਕਿ ਵੀਰ ਨੇ ਇੱਕ ਸਵਾਲ ਪੁੱਛਿਆ ਸੀ ਕਿ ਜਿਹੜੀ ਕਾਰਤਾ ਦੀ ਸਜੋਰਨੋ ਹੁੰਦੀ ਹੈ ਇਸ ਨੂੰ ਆਪਾਂ ਰਿਨਿਊ ਕਦੋਂ ਕਰਾ ਸਕਦੇ ਹਾਂ, ਤਾਂ ਇਸ ਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੇ। ਜੇ ਤੁਸੀਂ ਸਵਾਲ ਪੁੱਛਿਆ ਤਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਜਿਹੜੀ ਪੂਰੀ ਆਪਾਂ ਸਹੀ ਤੁਹਾਨੂੰ ਇਸ ਦਾ ਆਨਸਰ ਦਈਏ। ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਸਜੋਰਨੋ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਪਰਮੈਸੋ ਦੀ ਸਜੋਰਨੋ ਅਤੇ ਦੂਸਰੀ ਹੁੰਦੀ ਹੈ ਕਾਰਤਾ ਦੀ ਸਜੋਰਨੋ। ਪਰਮੈਸੋ ਦੀ ਸਜੋਰਨੋ 2 ਸਾਲ ਦੀ ਹੁੰਦੀ ਹੈ ਮੈਕਸੀਮਮ, 1 ਸਾਲ ਦੀ ਹੋ ਸਕਦੀ ਜਾਂ 2 ਸਾਲ ਦੀ। ਅਤੇ ਜਿਹੜੀ ਕਾਰਤਾ ਦੀ ਸਜੋਰਨੋ ਹੁੰਦੀ ਹੈ ਇਹ ਹੁੰਦੀ ਹੈ ਜੀ ਤਕਰੀਬਨ ਅਨਲਿਮਟਿਡ। ਫਿਰ ਵੀ ਅਨਲਿਮਟਿਡ ਹੋਣ ਦੀ ਵਜ੍ਹਾ ਹੋ ਬੇਸ਼ੱਕ ਇਸ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਲੂੰਗੋ ਪੀਰੀਅਡੋ, ਫਿਰ ਵੀ ਤੁਸੀਂ ਕਰਨਾ ਕੀ ਹੁੰਦਾ ਹੈ ਕਿ ਤਕਰੀਬਨ ਕੋਸ਼ਿਸ਼ ਕਰੋ ਕਿ 5 ਕੁ ਸਾਲ ਬਾਅਦ ਜਿਹੜਾ ਇਸ ਦੀ ਅਜੋਰਨਾਮੈਂਟੋ ਜ਼ਰੂਰ ਕਰਾ ਲਵੋ। ਜੋ ਤੁਸੀਂ ਇੱਕ ਵਾਰ ਇੱਕ ਕਾਰਤਾ ਦੀ ਸਜੋਰਨੋ ਬਣਾਉਂਦੇ ਤਾਂ ਉਸ ਟਾਈਮ ਜਿਹੜੇ ਤੁਹਾਡਾ ਪੇਪਰ ਵੀ ਇਸ ਦਾ ਦੇਣਾ ਪੈਂਦਾ ਹੈ, ਜਿਹੜੇ ਸਰਟੀਫਿਕੇਟ ਵਗੈਰਾ ਸਾਰਾ ਕੁਝ ਨਾਲ ਲੱਗਦਾ ਹੈ, ਤੁਹਾਡੇ ਕੰਮ ਦੇ ਪੇਪਰ ਹੋਰ ਸਾਰਾ ਕੁਝ ਜਿੱਦਾਂ ਕਿ ਦੂਜੀ ਸਜੋਰਨੋ ਦੇ ਵਿੱਚ ਤੁਸੀਂ ਲਾਉਂਦੇ ਹੋ। ਜਦੋਂ ਇੱਕ ਵਾਰ ਕਾਰਤਾ ਦੀ ਸਜੋਰਨੋ ਬਣ ਜਾਂਦੀ ਹੈ ਤੁਹਾਡੀ ਜਾਂ ਤੁਹਾਡੀ ਫੈਮਿਲੀ ਦੀ, ਉਸ ਤੋਂ ਬਾਅਦ ਜੋ ਤੁਸੀਂ ਇਸ ਦੀ ਅਜੋਰਨਾਮੈਂਟੋ ਕਰਾਉਂਦੇ ਹੋ ਅਤੇ ਫਿਰ ਤੁਹਾਨੂੰ ਜਿਹੜਾ ਕੋਈ ਵੀ ਸਪੈਸ਼ਲ ਜਿਹੜੇ ਪੇਪਰ ਲਾਉਣ ਦੀ ਨਾਲ ਲੋੜ ਨਹੀਂ ਪੈਂਦੀ। ਤੁਹਾਡੇ ਜਿਹੜੇ ਨੋਰਮਲ ਪੇਪਰ ਹੁੰਦੇ ਹਨ ਬਸ ਉਹੀ ਇਸ ਦੇ ਵਿੱਚ ਲੱਗਦੇ ਹਨ। ਅਜੋਰਨਾਮੈਂਟੋ ਦਾ ਮਤਲਬ ਕਿ ਰੀਫਰੈਸ਼ ਇਸ ਨੂੰ ਕਰਾਉਣਾ ਹੁੰਦਾ ਹੈ। ਉਹਦੇ ਵਾਸਤੇ ਤੁਹਾਨੂੰ ਆਪਣੇ ਮਾਲਕ ਤੋਂ ਕੋਈ ਬੂਸਤੇ ਪਾ ਕੇ ਜਾਂ ਕੋਈ ਹੋਰ ਖੁਦ ਵਗੈਰਾ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਜਾਂ ਉਹਨਾਂ ਦੀ ਕੋਈ ਡਿਗਰਸ ਹੋਣੀ, ਇਹੋ ਜਿਹੀਆਂ ਚੀਜ਼ਾਂ ਲਾਉਣ ਦੀ ਕੋਈ ਵੀ ਲੋੜ ਨਹੀਂ ਪੈਂਦੀ। ਉਮੀਦ ਹੈ ਕਿ ਜਿਹੜੀ ਕਾਰਤਾ ਦੀ ਸਜੋਰਨੋ ਕੀ ਕਰਾਉਣੀ ਪਵੇਗੀ ਰਿਨਿਊ, ਜਿਹੜਾ ਇਸ ਦਾ ਜਵਾਬ ਹੈ ਜੀ ਤੁਹਾਨੂੰ ਮਿਲ ਗਿਆ ਹੋਵੇਗਾ, ਕਿਉਂਕਿ ਇਹ ਕਿਤੇ ਵੀ ਲਿਖਿਆ ਨਹੀਂ ਹੁੰਦਾ ਇਸ ਚੀਜ਼ ਦੇ ਬਾਰੇ, ਜਾਂ ਤੁਹਾਨੂੰ ਕੋਈ ਬੋਲ ਕੇ ਨਹੀਂ ਦੱਸਦੇ ਕੋਈ ਕਿ 5 ਸਾਲਾਂ ਦੇ ਬਾਅਦ ਤੁਸੀਂ ਇਸ ਨੂੰ ਜਿਹੜਾ ਰਿਨਿਊ ਕਰਾਉਣਾ ਹੈ। ਇੱਕ ਕਾਨੂੰਨ ਦੇ ਹਿਸਾਬ ਦੇ ਨਾਲ ਤੁਹਾਨੂੰ ਇਸ ਕਰਕੇ ਦੱਸਿਆ ਜਾਂਦਾ ਹੈ ਕਿ 5 ਸਾਲਾਂ ਦੇ ਵਿੱਚ ਜਿਹੜੀ ਬੰਦੇ ਦੀ ਸ਼ਕਲ ਵਗੈਰਾ ਥੋੜ੍ਹੀ ਬਹੁਤ ਚੇਂਜ ਹੋ ਜਾਂਦੀ ਹੈ, ਅਤੇ ਇਸ ਕਰਕੇ ਜਿਹੜੀ ਉਸਦੇ ਉੱਤੇ ਫੋਟੋ ਵਗੈਰਾ ਚੇਂਜ ਕਰ ਦਿੱਤੀ ਜਾਂਦੀ ਹੈ। ਕਈ ਵਾਰ 5 ਸਾਲਾਂ ਦੇ ਵਿੱਚ ਘਰ ਦਾ ਜਿਹੜਾ ਐਡਰੈਸ ਵਗੈਰਾ ਚੇਂਜ ਹੋ ਜਾਂਦਾ ਹੈ ਬੰਦੇ ਦਾ। ਸੋ ਇਸ ਕਰਕੇ ਜਿਹੜਾ ਇਹ 5 ਸਾਲ ਬਾਅਦ ਇਹਨਾਂ ਨੇ ਅਜੋਰਨਾਮੈਂਟੋ ਰੱਖੀ ਹੁੰਦੀ ਹੈ। ਬਾਕੀ ਸਰਕਾਰ ਜੇ ਕਿਸੇ ਵੀ ਬੰਦੇ ਨੂੰ ਸਜੋਰਨੋ ਦੇ ਸਕਦੀ ਹੈ ਕਾਰਤਾ ਦੀ ਸਜੋਰਨੋ, ਅਤੇ ਉਸਦੇ ਕੋਲ ਇਹ ਵੀ ਹੱਕ ਹੁੰਦਾ ਹੈ ਕਿ ਉਹ ਸਜੋਰਨੋ ਜਿਹੜੀ ਹੈ ਜੀ ਉਸ ਨੂੰ ਵਾਪਸ ਵੀ ਲੈ ਸਕਦੀ ਹੈ ਅਗਰ ਸਰਕਾਰ ਨੂੰ ਲੱਗੇ ਕਿ ਸਾਰਾ ਕੁਝ ਠੀਕ ਨਹੀਂ ਹੈ, ਜਾਂ ਤੁਸੀਂ ਜਦੋਂ ਇੰਡੀਆ ਦੇ ਵਿੱਚ ਜਾਂਦੇ ਹੋ ਅਤੇ ਜ਼ਿਆਦਾ ਲੰਬਾ ਸਮਾਂ ਇਸ ਦੇ ਉੱਤੇ ਰਹਿੰਦੇ ਹੋ, 11 ਮਹੀਨੇ ਤੋਂ ਜ਼ਿਆਦਾ ਸਮਾਂ ਲਗਾਤਾਰ ਤੁਸੀਂ ਇੰਡੀਆ ਦੇ ਵਿੱਚ ਰਹਿੰਦੇ ਹੋ, ਮਤਲਬ ਇਟਲੀ ਤੋਂ ਬਾਹਰ, ਉਹ ਵੀ ਇਸ ਦੇ ਉੱਤੇ ਜਦੋਂ ਸਟੈਂਪ ਲੱਗਦੀ ਹੈ ਪਾਸਪੋਰਟ ਦੇ ਉਸ ਦੇ ਨਾਲ, ਤਾਂ ਫਿਰ ਉਸ ਹਾਲਤ ਦੇ ਵਿੱਚ ਜਿਹੜੀ ਸਰਕਾਰ ਹੈ ਜੀ ਇਸ ਨੂੰ ਵਾਪਸ ਵੀ ਲੈ ਸਕਦੀ ਹੈ। ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ। ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।